फतेह प्रवान करो जी। वाहिगुरु जी का खालसा वाहिगुरु जी की फतेह। 1960 ईस्वी विच ਅੰਮ੍ਰਿਤਸਰ ਵਿੱਚ ਪੰਜਾਬੀ ਸੂਬਾ ਕਨਵੈਨਸ਼ਨ ਸ਼ੁਰੂ ਹੋਈ। ਪੰਜਾਬੀ ਸੂਬਾ ਮੋਰਚਾ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਪ੍ਰਾਂਤਾਂ ਦੀ ਪੁਨਰ ਹੱਦਬੰਦੀ ਦੀ ਗੱਲ ਸਾਹਮਣੇ ਆਈ, ਖਾਸ ਕਰਕੇ ਦੱਖਣ ਭਾਰਤ ਦੇ ਪ੍ਰਾਂਤਾਂ ਦੀ। ਇਸ ਸਮੱਸਿਆ ਦੇ ਸਮਾਧਾਨ ਲਈ ਹਿੰਦ ਸਰਕਾਰ ਨੇ ਇੱਕ ਕਮਿਸ਼ਨ ਨਿਯੁਕਤ ਕੀਤਾ, ਪਰ ਇਸ ਨਾਲ ਭਾਸ਼ਾ ਪ੍ਰਤੀ ਮੋਹ ਰੱਖਣ ਵਾਲਿਆਂ ਦੀ ਸੰਤੁਸ਼ਟੀ ਨਾ ਹੋਈ। ਉਹਨਾਂ ਨੇ ਅੰਦੋਲਨ ਸ਼ੁਰੂ ਕਰ ਦਿੱਤੇ। ਆਂਧਰਾ ਪ੍ਰਦੇਸ਼ ਦੇ ਇੱਕ ਨੇਤਾ ਸ਼੍ਰੀ ਰਾਮਲੂ ਨੇ ਵੱਖਰੇ ਤੇਲਗੂ ਰਾਜ ਦੀ ਕਾਇਮੀ ਲਈ ਮਰਨ ਵਰਤ ਰੱਖਿਆ ਅਤੇ 58ਵੇਂ ਦਿਨ ਉਸ ਦੀ ਮ੍ਰਿਤੂ ਹੋ ਗਈ। ਆਂਧਰਾ ਪ੍ਰਦੇਸ਼ ਵਿੱਚ ਵਿਰੋਧ ਦਾ ਇੱਕ ਤੂਫਾਨ ਖੜਾ ਹੋ ਗਿਆ ਅਤੇ ਹਿੰਦ ਸਰਕਾਰ ਨੂੰ ਭਾਸ਼ਾ ਦੇ ਆਧਾਰ ਤੇ ਆਂਧਰਾ ਪ੍ਰਦੇਸ਼ ਬਣਾਉਣ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਭਾਸ਼ਾਈ ਆਧਾਰ ਤੇ ਸੂਬਿਆਂ ਦੇ ਪੁਨਰ ਗਠਨ ਦੀ ਮੰਗ ਜ਼ੋਰ ਪਕੜ ਗਈ। ਸੰਨ 1953 ਈਸਵੀ ਵਿੱਚ ਭਾਰਤ ਸਰਕਾਰ ਨੇ ਭਾਸ਼ਾ ਦੇ ਆਧਾਰ ਤੇ ਸੂਬਿਆਂ ਦੀ ਹੱਦਬੰਦੀ ਉਲੀਕਣ ਲਈ ਕਮਿਸ਼ਨ ਬਣਾਉਣ ਦਾ ਫੈਸਲਾ ਕੀਤਾ। ਇਸ ਫੈਸਲੇ ਦੀ ਲੋਅ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਭਾਸ਼ਾ ਦੇ ਆਧਾਰ ਤੇ ਵੱਖਰਾ ਪ੍ਰਾਂਤ ਬਣਾਉਣ ਦੀ ਮੰਗ ਕੀਤੀ। ਪ੍ਰਸਤਾਵਿਤ ਪ੍ਰਾਂਤ ਤਦ ਵਕਤੇ ਪੰਜਾਬ ਵਿੱਚੋਂ ਰੋਹਤਕ, ਗੁੜਗਾਉਂ, ਮਹਿੰਦਰਗੜ੍ਹ ਆਦਿ ਦੇ ਹਿੰਦੀ ਭਾਸ਼ੀ ਜ਼ਿਲ੍ਹਿਆਂ ਨੂੰ ਵੱਖ ਕਰਕੇ ਬਣਾਉਣ ਦੀ ਤਜਵੀਜ਼ ਸੀ, ਕਿਉਂਕਿ ਇਹਨਾਂ ਨੂੰ ਸੰਨ 1857 ਈਸਵੀ ਦੇ ਗਦਰ ਤੋਂ ਬਾਅਦ ਪੰਜਾਬ ਨਾਲ ਜੋੜਿਆ ਗਿਆ ਸੀ। ਉਸ ਸਮੇਂ ਦੀ ਕਾਂਗਰਸ ਸਰਕਾਰ ਨੂੰ ਇਹ ਸਵੀਕਾਰ ਨਹੀਂ ਸੀ, ਕਿਉਂਕਿ ਉਸ ਨੂੰ ਖਦਸ਼ਾ ਸੀ ਕਿ ਅਜਿਹਾ ਕਰਨ ਨਾਲ ਸਿੱਖ ਸਟੇਟ ਹੋਂਦ ਵਿੱਚ ਆ ਜਾਏਗੀ। ਸਿੱਖਾਂ ਦੀ ਇਸ ਜਾਇਜ਼ ਅਤੇ ਸੰਵਿਧਾਨਿਕ ਮੰਗ ਨੂੰ ਨਾ ਮੰਨੇ ਜਾਣ ਕਾਰਨ ਅਕਾਲੀ ਦਲ ਵੱਲੋਂ ਜਲਸੇ, ਜਲੂਸ ਅਤੇ ਮੁਜ਼ਾਹਰੇ ਸ਼ੁਰੂ ਹੋ ਗਏ। ਇਸ ਦੇ ਵਿਰੋਧ ਵਜੋਂ ਹਿੰਦੂਆਂ ਨੇ ਮਹਾ ਪੰਜਾਬ ਦੀ ਮੰਗ ਰੱਖ ਦਿੱਤੀ। ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਸ਼੍ਰੀ ਭੀਮ ਸੈਨ ਸਚਰ ਨੇ ਪੰਜਾਬੀ ਸੂਬੇ ਦੇ ਨਾਅਰੇ ਉੱਤੇ ਪਾਬੰਦੀ ਲਗਾ ਦਿੱਤੀ। ਉਸ ਪਾਬੰਦੀ ਨੂੰ ਤੋੜਨ ਲਈ ਮਾਸਟਰ ਤਾਰਾ ਸਿੰਘ ਨੇ ਆਪਣੇ ਜਥੇ ਸਮੇਤ 10 ਮਈ 1954 ਈਸਵੀ ਨੂੰ ਅੰਮ੍ਰਿਤਸਰ ਵਿੱਚ ਗ੍ਰਿਫਤਾਰੀ ਦਿੱਤੀ। ਇਸ ਤੋਂ ਬਾਅਦ ਮੋਰਚਾ ਚੱਲਦਾ ਰਿਹਾ ਅਤੇ ਲਗਭਗ 10,000 ਸਿੱਖ ਅੰਦੋਲਨਕਾਰੀ ਜੇਲ੍ਹਾਂ ਵਿੱਚ ਸੁੱਟ ਦਿੱਤੇ ਗਏ। 12 ਜੁਲਾਈ 1954 ਈਸਵੀ ਨੂੰ ਮੁੱਖ ਮੰਤਰੀ ਨੇ ਇਹ ਪਾਬੰਦੀ ਹਟਾ ਲਈ ਅਤੇ 15 ਸਤੰਬਰ ਤੱਕ ਮੁਕੱਦਮੇ ਵਾਪਸ ਲੈ ਕੇ ਸਿੱਖ ਅੰਦੋਲਨਕਾਰੀਆਂ ਨੂੰ ਰਿਹਾ ਕਰ ਦਿੱਤਾ। ਇਸ ਦੌਰਾਨ ਹੱਦਬੰਦੀ ਕਮਿਸ਼ਨ ਨੇ ਮਰਾਠੀ ਅਤੇ ਪੰਜਾਬੀ ਭਾਸ਼ੀ ਸੂਬੇ ਨਾ ਮੰਨੇ, ਪਰ ਬਾਕੀ ਸੂਬਿਆਂ ਦੀ ਭਾਸ਼ਾਵਾਰ ਪੁਨਰ ਹੱਦਬੰਦੀ ਹੋ ਗਈ। ਅਕਾਲੀਆਂ ਨਾਲ ਗੱਲਬਾਤ ਕਰਨ ਲਈ ਹਿੰਦ ਸਰਕਾਰ ਨੇ ਅਕਤੂਬਰ 1955 ਈਸਵੀ ਨੂੰ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਦਾ ਇੱਕ ਡੈਪੂਟੇਸ਼ਨ ਦਿੱਲੀ ਵਿੱਚ ਬੁਲਾਇਆ, ਜਿਸ ਵਿੱਚ ਮਾਸਟਰ ਤਾਰਾ ਸਿੰਘ ਤੋਂ ਇਲਾਵਾ ਸਰਦਾਰ ਹੁਕਮ ਸਿੰਘ, ਗਿਆਨੀ ਕਰਤਾਰ ਸਿੰਘ ਤੇ ਸਰਦਾਰ ਗਿਆਨੀ ਸਿੰਘ ਰਾੜੇਵਾਲਾ ਅਤੇ ਭਾਈ ਜੋਧ ਸਿੰਘ ਸ਼ਾਮਲ ਹੋਏ ਅਤੇ 6ਵਾਂ ਮੈਂਬਰਾਂ ਬਾਬਾ ਹਰਕ੍ਰਿਸ਼ਨ ਸਿੰਘ ਕੇਵਲ ਪਾਰਟੀ ਦੀਆਂ ਬੈਠਕਾਂ ਵਿੱਚ ਸ਼ਾਮਲ ਹੋਇਆ ਅਤੇ ਸਰਕਾਰ ਵੱਲੋਂ ਪੰਡਿਤ ਨਹਿਰੂ, ਮੌਲਾਨਾ ਆਜ਼ਾਦ ਅਤੇ ਪੰਡਿਤ ਪੰਤ ਸ਼ਾਮਲ ਹੋਏ। ਇਸ ਦੇ ਸਿੱਟੇ ਵਜੋਂ ਰੀਜਨਲ ਫਾਰਮੂਲਾ ਹੋਂਦ ਵਿੱਚ ਆਇਆ। ਜਨਵਰੀ 1956 ਈਸਵੀ ਤੋਂ ਬਾਅਦ ਸਰਦਾਰ ਪ੍ਰਤਾਪ ਸਿੰਘ ਕੈਰੋਂ ਪੰਜਾਬ ਦਾ ਮੁੱਖ ਮੰਤਰੀ ਬਣਿਆ। 1 ਨਵੰਬਰ 1956 ਈਸਵੀ ਨੂੰ ਪੈਪਸੂ ਨੂੰ ਪੰਜਾਬ ਵਿੱਚ ਮਿਲਾ ਦਿੱਤਾ ਗਿਆ, ਪਰ ਹਿੰਦ ਸਰਕਾਰ ਨੇ ਰੀਜਨਲ ਫਾਰਮੂਲੇ ਨੂੰ ਲਾਗੂ ਕਰਨ ਵਿੱਚ ਕੋਈ ਉਤਸ਼ਾਹ ਨਾ ਵਿਖਾਇਆ ਅਤੇ ਉਧਰ ਹਿੰਦੀ ਰਕਸ਼ਾ ਸਮਿਤੀ ਨੇ ਹਿੰਦੀ ਐਜੀਟੇਸ਼ਨ ਚਲਾ ਦਿੱਤੀ। ਫਾਰਮੂਲਾ ਸ਼੍ਰੋਮਣੀ ਅਕਾਲੀ ਦਲ ਨੇ 23 ਅਗਸਤ 1958 ਈਸਵੀ ਨੂੰ ਮਤਾ ਪਾਸ ਕਰਕੇ ਪੰਜਾਬੀ ਸੂਬੇ ਦਾ ਮੋਰਚਾ ਫਿਰ ਸ਼ੁਰੂ ਕਰ ਦਿੱਤਾ। 17 ਜਨਵਰੀ 1960 ਨੂੰ ਹੋਈਆਂ ਗੁਰਦੁਆਰਾ ਚੋਣਾਂ ਦੇ ਸਾਰੇ ਨਤੀਜੇ 1 ਜਨਵਰੀ ਤੱਕ ਨਿਕਲ ਆਏ। ਅਕਾਲੀ ਦਲ ਨੇ 140 ਵਿੱਚੋਂ 137 ਸੀਟਾਂ ਜਿੱਤੀਆਂ। ਅਕਾਲੀ ਦਲ ਨੇ ਕਿਉਂਕਿ ਚੋਣਾਂ ਪੰਜਾਬੀ ਸੂਬੇ ਦੇ ਸਵਾਲ ਤੇ ਲੜੀਆਂ ਸਨ, ਇਸ ਕਰਕੇ ਦਲ ਨੇ ਕੀਤੇ ਵਾਅਦੇ ਮੁਤਾਬਕ 24 ਜਨਵਰੀ 1960 ਦੇ ਦਿਨ ਪੰਜਾਬੀ ਸੂਬੇ ਦੀ ਕਾਇਮੀ ਲਈ ਮੋਰਚੇ ਦਾ ਐਲਾਨ ਕਰ ਦਿੱਤਾ। 5 ਮਈ ਦੇ ਦਿਨ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਪੰਜਾਬੀ ਸੂਬੇ ਦੀ ਮੁਹਿੰਮ ਦੇ ਸਬੰਧ ਵਿੱਚ 22 ਮਈ 1960 ਦੇ ਦਿਨ ਅੰਮ੍ਰਿਤਸਰ ਵਿੱਚ ਪੰਜਾਬੀ ਸੂਬਾ ਕਨਵੈਨਸ਼ਨ ਬਣਾਉਣ ਦਾ ਐਲਾਨ ਕਰ ਦਿੱਤਾ।
सरकार ਵੱਲੋਂ कई प्रकार ਦੀਆਂ रुकावटां पाईਆਂ गईਆਂ, पर 12 जून ਨੂੰ दिल्ली ਵਿੱਚ शांतमई जुलूस निकलिया। पुलिस ने सख्ती नाल सिखां उत्ते लाठी चलाई, सैकड़े जख्मी होए अते 10 शहीद भी होए। सरकार ਵੱਲੋਂ मोर्चा असफल करन लई कई प्रकार ਦੇ हथकंडे वरते गए, पर मोर्चा चलदा रहा। लगभग 56,000 सिख कैद हो गए, जेलां भर गईयां। 29 अक्तूबर ਨੂੰ संत फतेह सिंह ने गुरुद्वारा मंजी साहिब अमृतसर तो मरण वर्त रखण दी घोषणा कर दित्ती ਅਤੇ 18 ਦਸੰਬਰ 1960 ਈਸਵੀ ਨੂੰ मरण वर्त शुरू कर दिता। 4 जनवरी 1961 ਈਸਵੀ ਨੂੰ मास्टर तारा सिंह ਨੂੰ रिहा कर दिता गया। ਉਹ पंडित नेहरू ਨੂੰ भावनगर ਵਿੱਚ 7 जनवरी 1961 ਨੂੰ मिलन ਲਈ ਗਿਆ। ਉਸ ਨਾਲ हरबंस सिंह गुजराल, लक्ष्मण सिंह गिल, सेठ रामनाथ आदि 5 नेता होर सन। मुलाकात तो बाद पंडित नेहरू ने केवल इतना बयान दिता कि भाषा के आधार पर पंजाबी सूबे की स्थापना नूं पूरी तरह लागू किया जाएगा ਅਤੇ सिखां नाल कोई वितकरा नहीं होवेगा। इस बयान के आधार पर मास्टर तारा सिंह ने संत फतेह सिंह नूं मरण वर्त तोड़न लई 9 जनवरी 1961 ईस्वी नूं दिल्ली तो टैलीफोन कर दिता ਅਤੇ उसे दिन संत ने वर्त तोड़ दिता। बाद विच पंडित नेहरू नाल संत जी दीयां 2-3 मुलाकातां होईयां, पर पंडित नेहरू ने कोई हथ पल्ला ना फड़ाया। इस असफलता की जिम्मेवारी मास्टर तारा सिंह उपर पाई गई ਅਤੇ इस तरह संत फतेह सिंह ਅਤੇ मास्टर तारा सिंह विच इख्तलाफ शुरू हो गया। पर इस मोर्चे के सिट्टे वजों पंजाबी यूनीवर्सिटी की स्थापना हो गई ਅਤੇ रीजनल फार्मूले उत्ते कुछ काम होना शुरू हो गया। 17 मई 1961 ईस्वी ਨੂੰ ਹੋਈ अकाली दल की मीटिंग विच मरण वर्त की गल फिर चली ਅਤੇ 15 अगस्त 1961 ईस्वी ਨੂੰ मास्टर जी ने मरण वर्त शुरू किया ਅਤੇ 48वें दिन 1 अक्तूबर 1961 ईस्वी बाद ਇਹ विश्वास दिवाउण ते खोलिया गया कि सिखां नाल होए वितकरे बारे एक निरपक्ष कमीशन बिठाया जाएगा। पर पहला निश्चित किए कमीशन के मैंबरां नूं सरकार वल्लों बदलन ते अकालियां वल्लों इसका बाईकाट किया गया। मरण वर्तां नूं बिना किसी प्राप्ति के तोड़न कारण पंथ वल्लों मास्टर तारा सिंह अते फतेह सिंह नूं तनखाहिया घोषित किया गया। उधर सरदार प्रताप सिंह कैरों मुख मंत्री ने मोर्चा असफल करने लई कई कार्रवाइयां कीतियां, पर अकाली अपनी मंग उत्ते डटे रहे। 27 मई 1964 ईस्वी नूं पंडित नेहरू का देहांत हो गया। 14 जून 1964 ईस्वी नूं कैरों ने अस्तीफा दे दिता। लाल बहादुर शास्त्री दे प्रधानमंत्री बनने नाल सिखां प्रति हिंद सरकार दे रवैये विच फर्क पिया। उधर सितंबर 1965 ईस्वी विच पाकिस्तान नाल होए युद्ध विच सिख फौजियां दी बहादरी अते सीमावर्ती खेतर दे सिखां वल्लों हिंद फौज दी अते आदक सफलता ने इन्हां प्रति सरकार दा विचार बदल दिता। पर 11 जनवरी 1966 ईस्वी विच लाल बहादुर शास्त्री दा ताशकंद विच देहांत हो गया अते 19 जनवरी 1966 ईस्वी नूं इंदिरा गांधी प्रधानमंत्री बनी। इंदिरा गांधी ने सारे हालात नूं मुख रखदियां सर्व हिंद कांग्रेस वल्लों 9 मार्च 1966 ईस्वी नूं पंजाबी सूबे दा मता पास करवाया। 15 अगस्त 1966 ईस्वी नूं पंजाब रीआर्गेनाइजेशन एक्ट पास होया। 1 नवंबर 1966 ईस्वी नूं पंजाबी सूबा बन गया, पर केंद्र ने इस नूं अपंग जिहा बना दिता। अंबाला, करनाल, सिरसा आदि जिले इस तो कढ़ लए अते चंडीगढ़ भी ना दिता गया। केवल 11 जिलियां दे इस सूबे विच 50,225 वर्ग किलोमीटर का रकबा सी ते 1 करोड़ 11 लाख की आबादी सी। चंडीगढ़ नूं प्राप्त करन लई सरदार दर्शन सिंह फेरूमान ने 15 अगस्त 1969 ईस्वी नूं मरण वर्त रखिया ਅਤੇ 74वें दिन 27 अक्तूबर 1969 ईस्वी नूं इसदा देहांत हो गया। अकालियां दे अंदरले विरोध ने इसकी कुर्बानी नूं रोल दिता। फिर 21 जनवरी 1970 ईस्वी नूं चंडीगढ़ की प्राप्ति लई संत फतेह सिंह ने मरण वर्त रखिया ਅਤੇ इस फैसले ते छड्डिया कि फाजिलका ते अबोहर हरियाणे नूं दे के चंडीगढ़ पंजाब दे हिस्से पा दिता जाए। पर यह फैसला पंजाब दे लीडरां ने ना मन्निया।
ਉਦੋਂ ਤੋਂ ਹੁਣ ਤੱਕ ਰੇੜਕਾ ਚੱਲਿਆ ਆ ਰਿਹਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।